ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਿੱਚ ਮੋਡਰਨਾ ਦੇ ਛੋਟੇ ਸ਼ਾਟਸ ਦੇ ਚੰਗੇ ਨਤੀਜੇ, ਫਾਰਮਾਸਿਊਟੀਕਲ ਕੰਪਨੀ ਦੀ ਮਨਜ਼ੂਰੀ ਦਾ ਇੰਤਜ਼ਾਰ। ਪੀਸੀ 'ਚ ਜਲਦੀ ਹੀ ਕਈ ਪਾਬੰਦੀਆਂ 'ਚ ਮਿਲੇਗੀ ਢਿੱਲ, ਦੇਖੋ ਕਿਹੜੀਆਂ ਥਾਵਾਂ ਤੇ ਮਿਲੀ ਢਿੱਲ ਤੇ ਕਿੱਥੇ ਰਹਿਣਗੇ ਅਜੇ ਵੀ ਪਾਬੰਦੀਆਂ ਲਾਗੂ। ਕੈਨੇਡਾ 'ਚ ਡਾਕਟਰਾਂ ਦੀ ਘਾਟ ਕਾਰਨ ਡਾਕਟਰਾਂ ਤੇ ਵਧਿਆ ਬੋਝ, ਸਰਵੇ ਮੁਤਾਬਕ ਕੋਵਿਡ ਦੌਰਾਨ ਡਾਕਟਰ ਰੇਟ ਹੋਇਆ ਬਰਨਆਊਟ। ਜਿੱਥੇ ਖਬਰਾਂ ਵਿਸਥਾਰ ਦੇ ਨਾਲ ਔਰ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਿਤ ਕੀਤਾ ਗਿਆ। 2017 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਯੂਰਪੀਅਨ ਪਾਰਲੀਮੈਂਟ ਨੂੰ ਜਿਹੜਾ ਉਹ ਮੁਖਾਤਬ ਉਹਨਾਂ ਦੇ ਹੋਏ ਉੱਥੇ ਭਾਸ਼ਣ ਦਿੱਤਾ ਗਿਆ। ਖਾਸ ਤੌਰ ਦੇ ਉੱਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਤੇ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਰੂਸ ਦੇ ਵੱਲੋਂ ਯੂਰਪੀਅਨਸ ਦੇ ਉੱਤੇ ਹਮਲਾ ਕੀਤਾ ਗਿਆ ਉਸ ਨੂੰ ਲੈ ਕੇ ਬਹੁਤ ਸਾਰੀਆਂ ਮਿਸਕੈਲਕੂਲੇਸ਼ਨ ਪੁਤਿਨ ਦੇ ਵੱਲੋਂ ਕੀਤੀਆਂ ਗਈਆਂ ਨੇ। ਇਸ ਦੌਰਾਨ ਟਰੂਡੋ ਨੇ ਕਿਹਾ ਕਿ ਪੁਤਿਨ ਤੋਂ ਗਲਤੀ ਹੋ ਗਈ ਹੈ ਜੋ ਇਹ ਸੋਚ ਬੈਠੇ ਕਿ ਯੂਰਪੀਅਨ ਯੂਨੀਅਨ ਤੇ ਨੈਟੋ ਦੇ ਵਿੱਚ ਪਾੜਾ ਪਾ ਦੇਣਗੇ। ਉਹਨਾਂ ਕਿਹਾ ਕਿ ਪੁਤਿਨ ਤੋਂ ਮਿਸਕੈਲਕੂਲੇਸ਼ਨ ਹੋਈ ਹੈ ਇਸ ਸੰਬੰਧੀ। ਯਾਦ ਰਹੇ ਕਿ ਪ੍ਰਧਾਨ ਮੰਤਰੀ ਟਰੂਡੋ ਕੱਲ ਨੈਟੋ ਲੀਡਰਾਂ ਦੇ ਨਾਲ ਮੁਲਾਕਾਤ ਕਰਨ ਵਾਲੇ ਨੇ ਔਰ ਇਸ ਮੌਕੇ ਮਿਲਟਰੀ ਅਲਾਇੰਸ ਦੇ ਰਿਸਪੌਂਸ ਨੂੰ ਵਧੇਰੇ ਕੋਆਰਡੀਨੇਟ ਕਰਨ ਤੇ ਧਿਆਨ ਦਿੱਤਾ ਜਾਏਗਾ। ਸ਼ੁੱਕਰਵਾਰ ਨੂੰ ਕੈਨੇਡਾ ਪਰਤਣ ਤੋਂ ਪਹਿਲਾਂ ਟਰੂਡੋ ਦੇ ਸਾਥੀ G7 ਲੀਡਰਾਂ ਦੇ ਨਾਲ ਵੀ ਮੁਲਾਕਾਤ ਹੋਵੇਗੀ। ਦੱਸਦੇ ਕਿ ਸਾਲ 2017 ਤੋਂ ਬਾਅਦ ਟਰੂਡੋ ਵੱਲੋਂ ਇਹ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਦਾ ਪਹਿਲਾ ਮੌਕਾ ਸੀ। ਉਸ ਸਮੇਂ ਟਰੂਡੋ ਦੇ ਸੰਬੋਧਨ ਦੇ ਨਾਲ ਯੂਰਪੀਅਨ ਪਾਰਲੀਮੈਂਟ ਨੂੰ ਕਾਫੀ ਹੁਲਾਰਾ ਵੀ ਮਿਲਿਆ ਸੀ ਕਿਉਂਕਿ ਉਸ ਤੋਂ 1 ਸਾਲ ਪਹਿਲਾਂ ਬ੍ਰਿਟੇਨ ਯੂਰਪੀਅਨ ਯੂਨੀਅਨ ਨੂੰ ਛੱਡਣ ਦੇ ਉੱਤੇ ਜਿਹੜਾ ਉਹ ਜ਼ੋਰ ਪਾ ਰਿਹਾ ਸੀ ਤੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋ ਰਹੀਆਂ ਸਨ। ਵਿਦੇਸ਼ ਮੰਤਰੀ ਮੈਲਨੀ ਜੋਲੀ ਦਾ ਇਹ ਕਹਿਣਾ ਹੈ ਕਿ ਯੂਰਪ ਨੂੰ ਇਹੋ ਜਿਹਾ ਸੁਨੇਹਾ ਇੱਕ ਵਾਰੀ ਮੁੜ ਸੁਣਨ ਨੂੰ ਮਿਲੇਗਾ ਜਿਹੜਾ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਦਿੱਤਾ ਗਿਆ, ਪਰ ਉਹ ਨਵੇਂ ਸੰਦਰਭ ਵਿੱਚ ਜ਼ਰੂਰ ਹੋਏਗਾ ਕਿਉਂਕਿ ਯੂਕਰੇਨ ਦੇ ਲੋਕਾਂ ਦੇ ਨਾਲ ਕੈਨੇਡਾ ਦੀ ਭਾਈਵਾਲੀ ਕਾਫੀ ਗੂੜੀ ਹੈ ਤੇ ਦੂਜੇ ਵਿਸ਼ਵ ਜੰਗ ਤੋਂ ਬਾਅਦ ਯੂਰਪ ਨੂੰ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 2 ਹਫ਼ਤੇ ਪਹਿਲਾਂ ਵੀ ਟਰੂਡੋ ਨੇ ਕੌਮਾਂਤਰੀ ਆਡੀਅנס ਲਈ ਜਿਹੜਾ ਉਹ ਮਿਊਨਿਕ ਕਮਿਊਨਿਟੀ ਦੇ ਕਾਨਫਰੰਸ ਦੇ ਵਿੱਚ ਇਸ ਦੇ ਨਾਲ ਮੇਲ ਖਾਂਦੇ ਵਿਸ਼ੇ ਦੇ ਉੱਤੇ ਭਾਸ਼ਣ ਤਿਆਰ ਕੀਤਾ ਸੀ ਜਿੱਥੇ ਉਹਨਾਂ ਜਮਹੂਰੀਅਤ ਲਈ ਇਕਜੁੱਟਤਾ ਦਾ ਮੁਜ਼ਾਹਰਾ ਕਰਨ ਦਾ ਸੰਦੇਸ਼ ਦਿੱਤਾ ਸੀ। ਅੱਗੇ ਦੱਸਦੇ ਕਿ ਮੋਡਰਨਾ ਦਾ ਇਹ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਜਦੋਂ ਦਾ ਕੋਵਿਡ-19 ਸ਼ੁਰੂ ਹੋਇਆ ਤਾਂ ਕਈ ਵੈਕਸੀਨਸ ਬਣੀਆਂ ਜਿਸ ਦੇ ਵਿੱਚ ਮੋਡਰਨਾ ਨੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਚੰਗੇ ਨਤੀਜੇ ਜਿਹੜੇ ਨੇ ਉਹ ਸ਼ੁਰੂਆਤੀ ਦੌਰ ਦੇ ਵਿੱਚ ਦਿਖਾਏ ਨੇ, ਜਿਸ ਲਈ ਕਈ ਜਿਹੜੇ ਨੇ ਉਹ ਬੱਚਿਆਂ ਦੇ ਉੱਤੇ ਜਿਹੜੇ ਇਸ ਦੇ ਟੈਸਟ ਵੀ ਕੀਤੇ ਗਏ ਨੇ ਜਿਹੜੇ ਹੁਣ ਤੱਕ ਕਿਹਾ ਜਾ ਰਿਹਾ ਕਿ ਨਿਰੀਖਣ ਬਿਲਕੁਲ ਸਹੀ ਪਾਏ ਗਏ ਨੇ। ਇਸ ਮੁਤਾਬਕ ਜਿਹੜੀ ਮੋਡਰਨਾ ਵੈਕਸੀਨ ਹੈ ਉਹਦਾ ਬਹੁਤ ਹੀ ਛੋਟਾ ਹਿੱਸਾ ਯਾਨੀ ਕਿ 1/4 ਜਿਹੜਾ ਭਾਗ ਹੈਗਾ ਉਹ ਬੱਚਿਆਂ ਦੇ ਉੱਤੇ ਜਿਹੜਾ ਇਸਤੇਮਾਲ ਕੀਤਾ ਗਿਆ ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਉੱਤੇ ਇਹ ਸਹੀ ਸਾਬਤ ਹੋ ਸਕਦੀ ਹੈ ਮੋਡਰਨਾ ਦੀ ਜਿਹੜੀ ਹੈ ਉਹਨਾਂ ਨੂੰ ਸ਼ਾਟ ਦੇਣਾ। ਅਜਿਹੇ ਦੇ ਵਿੱਚ ਜਿਹੜੇ ਛੋਟੇ ਬੱਚੇ ਨੇ ਤੇ ਪ੍ਰੀ ਸਕੂਲਰਸ ਨੇ ਉਹਨਾਂ ਦੇ ਲਈ ਇਹ ਖਾਸ ਤੌਰ ਦੇ ਉੱਤੇ ਚੰਗਾ ਸ਼ਾਟ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਸ ਦੇ ਲਈ ਹਜੇ ਰੈਗੂਲੇਟਰੀ ਦੀ ਮਨਜ਼ੂਰੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਜਿਵੇਂ ਕਿ ਅਸੀਂ ਆਮ ਆਬਾਦੀ ਨੂੰ ਕੋਵਿਡ-19 ਟੀਕਿਆਂ ਦਾ ਪ੍ਰਬੰਧਨ ਕਰਨਾ ਜਾਰੀ ਰੱਖਿਆ ਹੈ, ਮੋਡਰਨਾ ਛੋਟੇ ਬੱਚਿਆਂ ਤੇ ਪ੍ਰੀ ਸਕੂਲਰ ਦੇ ਲਈ ਸ਼ਾਟ ਦੀ ਗੱਲ ਕਰਨ ਤੇ ਸ਼ਾਨਦਾਰ ਨਤੀਜਿਆਂ ਦੀ ਰਿਪੋਰਟ ਕਰ ਰਿਹਾ ਹੈ। ਛੋਟੀ ਡੋਜ਼ ਵਾਲੀ ਵੈਕਸੀਨ ਨੂੰ ਫਾਰਮਾਸਿਊਟੀਕਲ ਕੰਪਨੀ ਦੇ ਹੱਥਾਂ ਵਿੱਚੋਂ ਸ਼ਾਟ ਦੀ ਵਰਤੋਂ ਲੈਣ ਬਾਰੇ ਅਜੇ ਵੀ ਰੈਗੂਲੇਟਰੀ ਦੀ ਮਨਜ਼ੂਰੀ ਦੀ ਲੋੜ ਤਾਂ ਹੈ। ਟੋਰਾਂਟੋ ਯੂਨੀਵਰਸਿਟੀ ਦੇ ਵੈਕਸੀਨ ਮਾਹਰ ਡਾਕਟਰ ਉਮਰ ਖਾਨ ਦਾ ਕਹਿਣਾ ਹੈ ਕਿ ਸ਼ੁਰੂਆਤੀ ਪਰੀਖਣ ਦੇ ਨਤੀਜੇ ਉਹਨਾਂ ਲੋਕਾਂ ਲਈ ਉਮੀਦ ਦੀ ਪੇਸ਼ਕਸ਼ ਕਰਦੇ ਨੇ ਜੋ ਆਪਣੇ ਬੱਚਿਆਂ ਦੀਆਂ ਬਾਹਾਂ ਦੇ ਵਿੱਚ ਸ਼ਾਟ ਲਗਾਉਣ ਦੀ ਉਮੀਦ ਕਰ ਰਹੇ ਨੇ। ਉਹਨਾਂ ਦੱਸਿਆ ਕਿ ਪਹਿਲੀ ਗੱਲ ਇਹ ਹੈ ਕਿ ਛੋਟੇ ਬੱਚਿਆਂ ਤੇ ਕੀਤੀਆਂ ਗਈਆਂ ਅਜਮਾਇਸ਼ਾਂ ਉਦੋਂ ਕੀਤੀਆਂ ਗਈਆਂ ਸਨ ਜਦੋਂ ਓਮਿਕਰੋਨ ਆਲੇ ਦੁਆਲੇ ਸੀ ਤੇ ਉਹਨਾਂ ਦਿਖਾਇਆ ਕਿ ਇਸ ਦੀ ਲਾਗ ਤੋਂ ਚੰਗੀ ਸੁਰੱਖਿਆ ਹੋ ਸਕਦੀ ਹੈ। ਪਰ ਅਸਲ ਦੇ ਵਿੱਚ ਚੰਗੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ, ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਲੱਗਦੀ ਸੀ। ਇਹ ਬਹੁਤ ਵਧੀਆ ਹੈ ਕਿ ਬੱਚਿਆਂ ਨੂੰ ਗੰਭੀਰ ਬਿਮਾਰੀ ਨਹੀਂ ਹੋਈ, ਪਰ ਇਹ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਕਿ ਆਮ ਤੌਰ ਤੇ ਲਾਗ ਦੇ ਵਿੱਚ ਕਮੀ ਆਈ ਹੈ ਜੋ ਕਿ ਇੱਕ ਵਧੀਆ ਇਸ਼ਾਰਾ ਦੇ ਰਹੀ ਹੈ। ਮੋਡਰਨਾ ਦੇ ਅਧਿਐਨ ਦੇ ਸ਼ੁਰੂਆਤੀ ਨਤੀਜਿਆਂ ਨੇ ਪਾਇਆ ਹੈ ਕਿ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੇ ਬਾਲਗਾਂ ਨੂੰ ਦਿੱਤੀ ਗਈ ਖੁਰਾਕ ਦਾ 1/4 ਹਿੱਸਾ ਰੱਖਣ ਵਾਲੇ ਸ਼ਾਟਸ ਤੋਂ ਵਾਇਰਸ ਦੇ ਨਾਲ ਲੜਨ ਵਾਲੇ ਐਂਟੀਬਾਡੀਜ਼ ਦੇ ਉੱਚ ਪੱਧਰ ਵਿਕਸਿਤ ਕੀਤੇ। ਹਾਲਾਂਕਿ ਇਹ ਪੁਰਾਣੇ ਪਰਿਵਰਤਨ ਨਾਲੋਂ ਓਮਿਕਰੋਨ ਰੂਪਾਂ ਦੇ ਵਿਰੁੱਧ ਘੱਟ ਪ੍ਰਭਾਵਸ਼ਾਲੀ ਸੀ। ਟੀਕਾ ਛੋਟੇ ਬੱਚਿਆਂ ਵਿੱਚ ਕੋਵਿਡ ਦੇ ਵਿਰੁੱਧ ਉਸੇ ਪੱਧਰ ਦੀ ਸੁਰੱਖਿਆ ਪ੍ਰਦਾਨ ਕਰਦਾ ਹੈ ਜਿਵੇਂ ਕਿ ਇਹ ਬਾਲਗਾਂ ਵਿੱਚ ਹੁੰਦਾ ਹੈ। ਸਾਨੂੰ ਲੱਗਦਾ ਹੈ ਕਿ ਇਹ ਚੰਗੀ ਖਬਰ ਹੈ। 5 ਸਾਲ ਤੋਂ ਘੱਟ ਉਮਰ ਦੇ ਬੱਚੇ ਲਾਜ਼ਮੀ ਤੌਰ ਤੇ ਕੈਨੇਡਾ ਵਿੱਚ ਇੱਕੋ ਇੱਕ ਸਮੂਹ ਹਨ ਜੋ ਇਸ ਸਮੇਂ ਵੈਕਸੀਨ ਲਈ ਯੋਗ ਨਹੀਂ ਹੈ। ਹਾਲਾਂਕਿ ਪਿਛਲੇ ਕਈ ਮਹੀਨਿਆਂ ਵਿੱਚ ਕੈਨੇਡਾ ਵਿੱਚ ਕੇਸਾਂ ਦੀ ਗਿਣਤੀ ਵਿੱਚ ਸੁਧਾਰ ਹੋਇਆ ਹੈ। ਖਾਨ ਦਾ ਕਹਿਣਾ ਹੈ ਕਿ ਇਹ ਮਹੱਤਵਪੂਰਨ ਹੈ ਕਿ ਅਸੀਂ ਅਜੇ ਵੀ ਇਸ ਆਖਰੀ ਕਮਜ਼ੋਰ ਸਮੂਹ ਨੂੰ ਟੀਕਾਕਰਨ ਕਰਵਾਉਂਦੇ ਹਾਂ। ਸਾਡੇ ਕੋਲ ਇੱਕ ਵੱਡੀ ਸਮੱਸਿਆ ਇਹ ਹੈ ਕਿ ਜਦੋਂ ਇਹ ਸਮੂਹ ਸੰਕਰਮਿਤ ਹੋ ਜਾਂਦਾ ਹੈ ਤਾਂ ਉਹ ਇਸ ਨੂੰ ਫੈਲਾ ਸਕਦੇ ਨੇ।
ਟੀਕਾਕਰਨ ਦੀ ਮਦਦ ਨਾਲ ਇਹ ਲਾਗ ਨੂੰ ਤੇਜ਼ੀ ਨਾਲ ਸਾਫ਼ ਕਰਨ ਵਿੱਚ ਮਦਦ ਕਰ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਉਹ ਜ਼ਿਆਦਾ ਸੰਚਾਰਿਤ ਨਹੀਂ ਹੋਣਗੇ। ਇਹ ਸਾਨੂੰ ਸੱਚਮੁੱਚ ਇਸ ਪ੍ਰਸਾਰਣ ਲਾਗ ਪਰਿਵਰਤਨ ਚੱਕਰ ਨਾਲ ਲੜਨ ਵਿੱਚ ਮਦਦ ਕਰੇਗਾ। ਜਦੋਂ ਇਹ ਉਹਨਾਂ ਲੋਕਾਂ ਦੀ ਗੱਲ ਆਉਂਦੀ ਹੈ ਜੋ ਵੈਕਸੀਨ ਨੂੰ ਲੈ ਕੇ ਸ਼ੱਕੀ ਹਨ, ਖਾਨ ਦਾ ਕਹਿਣਾ ਹੈ ਕਿ ਮਹੱਤਵਪੂਰਨ ਹੈ ਕਿ ਲੋਕ ਜਾਣਦੇ ਹਨ ਕਿ ਇਹਨਾਂ ਦਵਾਈਆਂ ਦੀ ਉੱਚ ਪੱਧਰਾਂ ਤੇ ਜਾਂਚ ਕੀਤੀ ਜਾ ਰਹੀ ਹੈ। ਉਹ ਨੋਟ ਕਰਦਾ ਹੈ ਕਿ ਟੀਕੇ ਹਮੇਸ਼ਾ ਪੁਰਾਣੇ ਸਮੂਹਾਂ ਵਿੱਚ ਪਹਿਲਾਂ ਟੈਸਟ ਕੀਤੇ ਜਾਂਦੇ ਨੇ। ਇੱਕ ਵਾਰ ਜਦੋਂ ਉਹਨਾਂ ਦੀ ਸੁਰੱਖਿਆ ਨਿਰਧਾਰਿਤ ਕੀਤੀ ਜਾਂਦੀ ਹੈ ਤਾਂ ਟੈਸਟਿੰਗ ਫਿਰ ਲੋਕਾਂ ਦੇ ਛੋਟੇ ਸਮੂਹਾਂ ਵਿੱਚ ਕੀਤੀ ਜਾਂਦੀ ਹੈ। ਜਦੋਂ ਤੱਕ ਇਹ ਛੋਟੇ ਬੱਚਿਆਂ ਤੱਕ ਪਹੁੰਚਦਾ ਹੈ, ਇਹ ਹੋਰ ਸਾਰੇ ਉਮਰ ਸਮੂਹਾਂ ਲਈ ਬਹੁਤ ਪ੍ਰਭਾਵਸ਼ਾਲੀ ਤੇ ਸੁਰੱਖਿਆ ਦਿਖਾਇਆ ਗਿਆ ਹੈ। ਇੱਕੋ ਇੱਕ ਤਰੀਕਾ ਹੈ ਜਦੋਂ ਅਸੀਂ ਕਦੇ ਵੀ ਛੋਟੇ ਬੱਚਿਆਂ ਵਿੱਚ ਕਲੀਨਿਕਲ ਅਜਮਾਇਸ਼ਾਂ ਕਰ ਸਕਦੇ ਹਾਂ। ਤੁਹਾਡੇ ਕੋਲ ਸੁਰੱਖਿਆ ਤੇ ਪ੍ਰਭਾਵਸ਼ੀਲਤਾ ਦੇ ਬਹੁਤ ਜ਼ਿਆਦਾ ਸਬੂਤ ਹੋਣੇ ਚਾਹੀਦੇ ਨੇ ਤੇ ਇਸ ਲਈ ਇਸ ਨੂੰ ਵਧਣ ਦੀ ਇਜਾਜ਼ਤ ਦਿੱਤੀ ਗਈ ਸੀ। ਬੇਸ਼ੱਕ ਇਹ ਸਾਰੇ ਅਜਮਾਇਸ਼ਾਂ ਉਹਨਾਂ ਦਾ ਮੁੱਖ ਟੀਚਾ ਜਿਹੜਾ ਉਹ ਸੁਰੱਖਿਆ ਲਈ ਵੇਖਣਾ ਹੈ ਤੇ ਫਿਰ ਉਹਨਾਂ ਦਾ ਸੈਕੰਡਰੀ ਟੀਚਾ ਪ੍ਰਭਾਵਸ਼ਾਲੀਤਾ ਦੀ ਭਾਲ ਕਰਨਾ ਹੈ। ਹੈਲਥ ਕੈਨੇਡਾ ਤੇ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਡਾਟਾ ਪੇਸ਼ ਕੀਤੇ ਜਾਣ ਤੋਂ ਬਾਅਦ ਰੈਗੂਲੇਟਰ ਨੰਬਰਾਂ ਤੇ ਨੇੜਿਓਂ ਨਜ਼ਰ ਰੱਖਣਗੇ। ਖਾਨ ਨੇ ਕਿਹਾ ਹੈ ਕਿ ਜਦੋਂ ਉਹ ਸੰਤੁਸ਼ਟ ਹੋਣਗੇ ਤਾਂ ਹੀ ਛੋਟੀ ਉਮਰ ਦੇ ਸਮੂਹ ਲਈ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਫਾਈਜ਼ਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਹੋਰ ਵੀ ਛੋਟੀਆਂ ਖੁਰਾਕਾਂ ਦੀ ਜਾਂਚ ਕਰ ਰਿਹਾ ਹੈ, ਪਰ ਜਦੋਂ ਤੋਂ ਕਾਫੀ ਮਜ਼ਬੂਤ ਸਾਬਤ ਨਹੀਂ ਹੋਏ ਤਾਂ ਉਸ ਨੂੰ ਆਪਣੇ ਅਧਿਐਨ 'ਚ ਤੀਜਾ ਸ਼ਾਟ ਜੋੜਨਾ ਪਿਆ। ਇਹਨਾਂ ਨਤੀਜਿਆਂ ਦੀ ਅਪ੍ਰੈਲ ਦੇ ਸ਼ੁਰੂ ਤੱਕ ਉਮੀਦ ਕੀਤੀ ਜਾਂਦੀ ਹੈ। ਖਾਨ ਨੇ ਨੋਟ ਕੀਤਾ ਹੈ ਕਿ ਫਾਈਜ਼ਰ ਤੇ ਮੋਡਰਨਾ ਦੋਵੇਂ ਅਪਡੇਟ ਕੀਤੇ ਓਮਿਕਰੋਨ ਵਿਸ਼ੇਸ਼ ਟੀਕਿਆਂ ਤੇ ਕੰਮ ਕਰ ਰਹੇ ਨੇ ਜੋ ਚੀਜ਼ਾਂ ਨੂੰ ਵੀ ਬਦਲ ਸਕਦੀਆਂ ਨੇ। ਮੋਡਰਨਾ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਅਮਰੀਕਾ ਤੇ ਯੂਰਪ ਵਿੱਚ ਰੈਗੂਲੇਟਰਾਂ ਨੂੰ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਸ ਦੇ ਟੀਕੇ ਦੀ ਸਮੀਖਿਆ ਕਰਨ ਤੇ ਅਧਿਕਾਰਤ ਕਰਨ ਲਈ ਕਹੇ। ਇਹ ਅਸਪਸ਼ਟ ਹੈ ਕਿ ਇਹ ਕੈਨੇਡਾ ਵਿੱਚ ਅਜਿਹਾ ਕਦੋਂ ਕਰੇਗਾ। 6 ਤੋਂ 11 ਬੱਚਿਆਂ ਲਈ ਮੋਡਰਨਾ ਦਾ ਟੀਕਾ ਕੈਨੇਡਾ ਵਿੱਚ ਵਰਤੋਂ ਲਈ ਪਹਿਲਾਂ ਹੀ ਮਨਜ਼ੂਰ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। BC ਦੇ ਵਿੱਚ ਕਈ ਥਾਵਾਂ ਦੇ ਉੱਤੇ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਗਈ ਹੈ। ਹੁਣ ਤੁਸੀਂ ਰੈਸਟੋਰੈਂਟ, ਪਬ, ਬਾਰ ਜਿੱਥੇ ਜਾਓਗੇ ਤੁਹਾਨੂੰ ਮਾਸਕ ਨਹੀਂ ਪਾਉਣੇ ਪੈਣਗੇ। ਵੈਕਸੀਨ ਸਬੂਤ ਵੀ ਜਿਹੜਾ ਉਹ ਲਾਜ਼ਮੀ ਨਹੀਂ ਹੋਵੇਗਾ ਜਿਨ੍ਹਾਂ ਦੇ ਖਾਸ ਤੌਰ ਦੇ ਉੱਤੇ ਵੈਕਸੀਨ ਲੱਗੀ ਹੋਈ ਹੈ। ਟਰੈਵਲ ਨੂੰ ਲੈ ਕੇ ਵੀ ਇਹੀ ਹਦਾਇਤਾਂ ਨੇ। ਹਾਲਾਂਕਿ ਕੁਝ ਸੈਟਿੰਗਸ ਅਜਿਹੀਆਂ ਹੈਗੀਆਂ ਨੇ ਜਿੱਥੇ ਤੁਹਾਨੂੰ ਨਿਯਮ ਜਿਹੜੇ ਨੇ ਉਹ ਅਜੇ ਵੀ ਧਿਆਨ ਰੱਖਣੇ ਪੈ ਸਕਦੇ ਹੈਗੇ ਨੇ। ਅਜਿਹੇ ਦੇ ਵਿੱਚ ਪੂਜਾ ਸਥਾਨਾਂ ਦੇ ਉੱਤੇ ਤੁਸੀਂ ਪ੍ਰੇਅਰ ਵਾਸਤੇ ਜਾਣਾ ਹੈ, ਉੱਥੇ ਵੀ ਕਾਫੀ ਹੱਦ ਤੱਕ ਜਿਹੜੀਆਂ ਨੇ ਜਿਹੜਾ ਇਕੱਠ ਹੈ ਉਹਦੇ ਵਿੱਚ ਢਿੱਲ ਦੇ ਦਿੱਤੀ ਗਈ ਹੈ। ਵਿਆਹ ਸ਼ਾਦੀ ਸਮਾਗਮ ਕੋਈ ਵੀ ਪਾਰਟੀਆਂ ਉਹ ਖੋਲ੍ਹ ਕੇ ਕਰ ਸਕਦੇ ਹੋ। ਡਾਂਸ ਦੇ ਵਿੱਚ ਜਿਹੜੀ ਹੈ ਉਹ ਪਰਮਿਸ਼ਨ ਦੇ ਦਿੱਤੀ ਗਈ ਹੈ, ਹੁਣ ਤੁਸੀਂ ਫਲੋਰ 'ਤੇ ਡਾਂਸ ਵੀ ਕਰ ਸਕਦੇ ਹੋ। ਸੋ ਇਹ ਸਾਰੀਆਂ ਖੁੱਲ੍ਹਾਂ ਦਿੱਤੀਆਂ ਗਈਆਂ ਨੇ, ਪਰ ਕੁਝ ਥਾਵਾਂ ਦੇ ਉੱਤੇ ਪਾਬੰਦੀਆਂ ਜਿਹੜੀਆਂ ਉਹ ਤੁਹਾਨੂੰ ਖਿਆਲ ਰੱਖਣਾ ਪਏਗਾ ਕਿਉਂਕਿ ਉਹ ਪਾਬੰਦੀਆਂ ਹਜੇ ਲਾਗੂ ਰਹਿਣਗੀਆਂ ਤੇ ਹੋ ਸਕਦਾ ਹੈ ਕਿ ਜੇ ਤੁਸੀਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਤੇ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ। ਹੁਣ ਇਹ ਦੇਖੋ ਕਿ ਕਿਹੜੀਆਂ ਉਹ ਥਾਵਾਂ ਨੇ ਜਿੱਥੇ ਪਾਬੰਦੀਆਂ 'ਚ ਢਿੱਲ ਮਿਲ ਚੁੱਕੀ ਹੈ, ਜਿੱਥੇ ਤੁਸੀਂ ਮਾਸਕ ਨਹੀਂ ਪਾਓਗੇ, ਇਕੱਠ ਕਰ ਸਕਦੇ ਹੋ, ਪਾਰਟੀਆਂ ਕਰ ਸਕਦੇ ਹੋ, ਤੇ ਕਿਹੜੀਆਂ ਉਹ ਥਾਵਾਂ ਹੈ ਜਿੱਥੇ ਤੁਹਾਨੂੰ ਹਜੇ ਵੀ ਇਹਨਾਂ ਨਿਯਮਾਂ ਦਾ ਖਿਆਲ ਰੱਖਣਾ ਪਏਗਾ। ਇੱਕ ਰਿਪੋਰਟ ਤੇ ਨਜ਼ਰ ਮਾਰ ਲੈਂਦੇ ਹਾਂ। ਜਿਵੇਂ ਕੋਵਿਡ ਦੇ ਮਾਮਲੇ ਘਟ ਰਹੇ ਨੇ, BC ਸੂਬੇ ਵਿੱਚ ਪਾਬੰਦੀਆਂ 'ਚ ਢਿੱਲ ਦੀ ਤਿਆਰੀ ਵੀ ਉਲੀਕੀ ਜਾ ਰਹੀ ਹੈ। ਪਾਬੰਦੀਆਂ ਵਿੱਚ ਆਉਣ ਵਾਲੀਆਂ ਤਬਦੀਲੀਆਂ ਵਿੱਚ ਕੀ ਸ਼ਾਮਿਲ ਹੈ, ਆਓ ਇਸ ਸੰਬੰਧੀ ਤੁਹਾਨੂੰ ਵੀ ਵਿਸਥਾਰ ਨਾਲ ਦਿੰਦੇ ਹਾਂ ਜਾਣਕਾਰੀ। ਸਭ ਤੋਂ ਪਹਿਲੀ ਤਬਦੀਲੀ ਤਾਂ ਸਕੂਲ ਜਦੋਂ ਸਪਰਿੰਗ ਬ੍ਰੇਕ ਤੋਂ ਬਾਅਦ ਵਾਪਸ ਆਉਣਗੇ ਤਾਂ ਵਿਦਿਆਰਥੀਆਂ ਤੇ ਵਿਜ਼ਿਟਰਸ ਨੂੰ ਸਕੂਲਾਂ ਵਿੱਚ ਮਾਸਕ ਪਾਉਣ ਦੀ ਲੋੜ ਨਹੀਂ ਹੋਏਗੀ। 8 ਅਪ੍ਰੈਲ 2022 ਸਵੇਰੇ 12:01 ਤੇ ਇਹ ਜਿਹੜੀਆਂ ਹੋਰ ਪਾਬੰਦੀਆਂ ਉਹ ਹਟਾਈਆਂ ਜਾਣਗੀਆਂ, ਜਿਵੇਂ ਕਿ ਕਾਰੋਬਾਰਾਂ, ਸਮਾਗਮਾਂ ਤੇ ਸੇਵਾਵਾਂ ਤੱਕ ਪਹੁੰਚ ਲਈ ਟੀਕਾਕਰਨ ਦੇ ਪ੍ਰਮਾਣ ਦੀ ਲੋੜ ਨਹੀਂ ਹੈ। ਵਿਅਕਤੀਗਤ ਕਾਰੋਬਾਰ ਤੇ ਸਮਾਗਮਾਂ ਦੇ ਆਯੋਜਕ ਕੰਮ ਦੀਆਂ ਥਾਵਾਂ ਤੇ ਦਾਖਲ ਹੋਣ ਲਈ ਟੀਕਾਕਰਨ ਦੇ ਪ੍ਰਮਾਣ ਦੀ ਲੋੜ ਨੂੰ ਜਾਰੀ ਰੱਖਣ ਦੀ ਚੋਣ ਕਰ ਸਕਦੇ ਨੇ। ਫੈਡਰਲ ਤੌਰ ਤੇ ਨਿਯਮਤ ਸਫ਼ਰ ਜਿਵੇਂ ਕਿ ਹਵਾਈ ਯਾਤਰਾ ਦੌਰਾਨ ਟੀਕਾਕਰਨ ਦੇ ਪ੍ਰਮਾਣ ਦੀ ਅਜੇ ਵੀ ਲੋੜ ਹੈ। ਕਾਰੋਬਾਰਾਂ ਨੂੰ COVID-19 ਸੁਰੱਖਿਆ ਯੋਜਨਾ ਦੀ ਲੋੜ ਨਹੀਂ ਹੋਵੇਗੀ। ਉਹਨਾਂ ਨੂੰ ਵਰਕ ਸੇਫ BC ਤੋਂ ਕਮਿਊਨੀਕੇਬਲ ਡਿਸੀਜ਼ ਦੇ ਮਾਰਗਦਰਸ਼ਨ ਦੀ ਪਾਲਣਾ ਕਰਨ ਦੀ ਲੋੜ ਹੋਏਗੀ। ਪੋਸਟ ਸੈਕੰਡਰੀ ਵਿਦਿਆਰਥੀਆਂ ਦੀ ਹਾਊਸਿੰਗ ਲਈ ਟੀਕਾਕਰਨ ਦੇ ਪ੍ਰਮਾਣ ਦੀ ਲੋੜ ਨਹੀਂ ਹੈ। ਮਾਸਕ ਕਿੱਥੇ ਪਾਉਣੇ ਤੇ ਕਿੱਥੇ ਨਹੀਂ ਹੋਣਗੇ ਜ਼ਰੂਰੀ। ਇੰਡੋਰ ਪਬਲਿਕ ਥਾਵਾਂ ਤੇ ਪਬਲਿਕ ਸਿਹਤ ਆਰਡਰ ਹੇਠ ਹੁਣ ਮਾਸਕ ਪਾਉਣ ਦੀ ਲੋੜ ਨਹੀਂ ਹੈ। ਮਾਸਕ ਪਾਉਣਾ ਇੱਕ ਨਿੱਜੀ ਚੋਣ ਹੋ ਸਕਦੀ ਹੈ। ਪਬਲਿਕ ਟ੍ਰਾਂਜ਼ਿਟ ਤੇ BC ਫੈਰੀਜ਼ ਵਿੱਚ ਮਾਸਕ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਮਾਸਕ ਲਾਜ਼ਮੀ ਨਹੀਂ ਹੈ। ਵਿਅਕਤੀਗਤ ਕਾਰੋਬਾਰ ਤੇ ਸਮਾਗਮਾਂ ਦੇ ਆਯੋਜਕ ਕੰਮ ਦੀਆਂ ਥਾਵਾਂ ਤੇ ਮਾਸਕ ਦੀ ਲੋੜ ਨੂੰ ਜਾਰੀ ਰੱਖਣ ਦੀ ਚੋਣ ਕਰ ਸਕਦੇ ਨੇ। ਇਹ ਜ਼ਰੂਰੀ ਹੈ ਕਿ ਅਸੀਂ ਲੋਕਾਂ, ਕਾਰੋਬਾਰਾਂ ਤੇ ਇੱਕ ਦੂਜੇ ਦੀਆਂ ਚੋਣਾਂ ਦਾ ਆਦਰ ਕਰੀਏ। ਫੈਡਰਲ ਤੌਰ ਤੇ ਨਿਯਮਤ ਸਫ਼ਰ ਜਿਵੇਂ ਕਿ ਹਵਾਈ ਯਾਤਰਾ ਦੌਰਾਨ ਮਾਸਕ ਪਾਉਣ ਦੀ ਲੋੜ ਹੈ। ਵੈਕਸੀਨ ਕਲੀਨਿਕਾਂ ਤੇ ਹਸਪਤਾਲਾਂ ਵਰਗੀਆਂ ਹੈਲਥ ਕੇਅਰ ਥਾਵਾਂ ਤੇ ਮਾਸਕ ਪਾਉਣੇ ਲਾਜ਼ਮੀ ਨੇ। ਨਿੱਜੀ ਇਕੱਠ ਇੰਡੋਰ ਜਾਂ ਆਊਟਡੋਰ ਆਯੋਜਿਤ ਕੀਤੇ ਜਾਂਦੇ ਨਿੱਜੀ ਇਕੱਠਾਂ ਤੇ ਕੋਈ ਪਾਬੰਦੀ ਨਹੀਂ ਹੈ। ਇੰਡੋਰ ਜਾਂ ਆਊਟਡੋਰ ਇਕੱਠਾਂ ਤੇ ਸਮਾਗਮਾਂ ਤੇ ਸਮਰੱਥਾ ਦੀ ਕੋਈ ਪਾਬੰਦੀ ਨਹੀਂ ਹੈ। ਨੱਚਣ ਟੱਪਣ ਦੀ ਵੀ ਹੁਣ ਪੂਰੀ ਇਜਾਜ਼ਤ ਹੋਏਗੀ। 8 ਅਪ੍ਰੈਲ ਤੱਕ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਾਖਲ ਹੋਣ ਲਈ ਟੀਕਾਕਰਨ ਦੇ ਪ੍ਰਮਾਣ ਦੀ ਲੋੜ ਹੈ। ਧਾਰਮਿਕ ਥਾਵਾਂ ਤੇ ਸਮਰੱਥਾ ਦੀਆਂ ਕੋਈ ਪਾਬੰਦੀਆਂ ਨਹੀਂ ਹੈ।
कोई भी कसरत ते फिटनेस सेंटर दीयां गतिविधियां ते समर्था दीयां कोई पाबंदियां नहीं है। सारियां खेड गतिविधियां दी इजाजत है। खेड गतिविधियां लई सुरੱਖਿਆ ਜ਼ਰੂਰਤਾਂ ਵਿੱਚ शामिल ने। 8 अप्रैल तक इंडोर खेड समागमाਂ ਵਿੱਚ 12 ਸਾਲ ਤੋਂ ਵੱਧ ਉਮਰ ਦੇ ਦਰਸ਼ਕ ਤੇ ਬਾਲਗ ਭਾਗੀਦਾਰਾਂ ਲਈ ਟੀਕਾਕਰਨ ਦਾ ਪ੍ਰਮਾਣ ਲੋੜੀਂਦਾ ਹੈ। 21 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ ਦੀਆਂ ਇੰਡੋਰ ਖੇਡਾਂ ਤੇ ਸਮੂਹ ਗਤੀਵਿਧੀਆਂ ਵਿੱਚ ਸੁਪਰਵਾਈਜ਼ਰਾਂ, ਕੋਚਾਂ ਤੇ ਸਹਾਇਕਾਂ ਅਸਿਸਟੈਂਟ ਵਜੋਂ ਕੰਮ ਕਰ ਰਹੇ ਗੈਰ ਕਰਮਚਾਰੀਆਂ ਦਾ ਪੂਰਾ ਟੀਕਾਕਰਨ ਹੋਣਾ ਲਾਜ਼ਮੀ ਹੈ। ਰੈਸਟੋਰੈਂਟ, ਪਬ ਤੇ ਨਾਈਟ ਕਲੱਬ। ਰੈਸਟੋਰੈਂਟ, ਬਾਰ, ਪਬ, ਨਾਈਟ ਕਲੱਬ ਪੂਰੀ ਸਮਰੱਥਾ ਨਾਲ ਹੁਣ ਕੰਮ ਕਰ ਸਕਦੇ ਨੇ। ਸ਼ਰਾਬ ਦੀ ਸਰਵਿਸ ਦੇ ਆਮ ਘੰਟੇ ਹੋਣਗੇ। ਟੇਬਲ ਤੇ ਆਕਾਰ ਤੇ ਕੋਈ ਸੀਮਾ ਨਹੀਂ ਹੋਏਗੀ। ਗਾਹਕਾਂ ਨੂੰ ਬੈਠੇ ਰਹਿਣ ਦੀ ਲੋੜ ਨਹੀਂ ਹੋਏਗੀ ਤੇ ਨੱਚਣ ਦੀ ਆਗਿਆ ਹੋਏਗੀ। 8 ਅਪ੍ਰੈਲ ਤੱਕ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਾਖਲ ਹੋਣ ਲਈ ਪ੍ਰਮਾਣ ਪੱਤਰ ਦਿਖਾਉਣ ਦੀ ਲੋੜ ਹੈ। ਲੌਂਗ ਟਰਮ ਕੇਅਰ ਜਾਂ ਸੀਨੀਅਰਸ ਅਸਿਸਟ ਲਿਵਿੰਗ ਫੈਸਿਲਿਟੀ ਵਿਖੇ ਮਿਲਣ ਜਾਣਾ ਜਿਹੜਾ ਉਹ ਲਾਜ਼ਮ ਹੁਣ ਖੋਲ ਦਿੱਤਾ ਗਿਆ ਹੈ। ਲੌਂਗ ਟਰਮ ਕੇਅਰ ਜਾਂ ਸੀਨੀਅਰਸ ਅਸਿਸਟ ਲਿਵਿੰਗ ਦੇ ਵਿੱਚ ਵਿਜ਼ਟਰਾਂ ਦੀ ਗਿਣਤੀ ਤੇ ਕੋਈ ਪਾਬੰਦੀ ਨਹੀਂ ਹੈ। ਜਾਣ ਤੋਂ ਪਹਿਲਾਂ ਤੁਹਾਨੂੰ ਆਪਣੀ ਸਥਾਨਕ ਫੈਸਿਲਿਟੀ ਦੇ ਕੋਲੋਂ ਜਾਣਕਾਰੀ ਲੈਣੀ ਚਾਹੀਦੀ ਹੈ। ਮੁਲਾਕਾਤ ਦਾ ਸਮਾਂ ਲੌਂਗ ਟਰਮ ਕੇਅਰ ਜਾਂ ਸੀਨੀਅਰਸ ਅਸਿਸਟ ਲਿਵਿੰਗ ਫੈਸਿਲਿਟੀਆਂ ਵਿੱਚ ਜਾਣ ਵਾਲੇ ਸਾਰੇ ਵਿਜ਼ਟਰਾਂ ਦੇ ਲਈ ਪ੍ਰਮਾਣ ਦਿਖਾਉਣੇ ਹੋਣਗੇ ਤੇ 12 ਸਾਲ ਤੋਂ ਘੱਟ ਉਮਰ ਦੇ ਬੱਚੇ, ਡਾਕਟਰੀ ਛੋਟ ਵਾਲੇ ਲੋਕ ਤੇ ਜੀਵਨ ਦੇ ਅੰਤ ਨਾਲ ਸੰਬੰਧਿਤ ਹਮਦਰਦੀਆਂ ਵਾਲੀਆਂ ਮੁਲਾਕਾਤਾਂ ਨੂੰ ਇਸ ਤੋਂ ਛੋਟ ਹੋਵੇਗੀ। 12 ਸਾਲ ਤੋਂ ਵੱਡੀ ਉਮਰ ਵਾਲੇ ਸਾਰੇ ਵਿਜ਼ਟਰ ਲਈ ਲੌਂਗ ਟਰਮ ਕੇਅਰ ਹੋਮ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਰੈਪਿਡ ਐਂਟੀਜਨ ਟੈਸਟ ਲਾਜ਼ਮੀ ਹੋਏਗਾ। ਵਿਜ਼ਟਰ ਆਪਣੀ ਮੁਲਾਕਾਤ ਤੋਂ 48 ਘੰਟੇ ਪਹਿਲਾਂ ਤੱਕ ਘਰ ਵਿਖੇ ਟੈਸਟ ਲੈ ਸਕਦੇ ਨੇ ਜਾਂ ਫੈਸਿਲਿਟੀ ਵਿਖੇ ਪਹੁੰਚਣ ਤੇ ਟੈਸਟ ਲੈ ਸਕਦੇ ਨੇ। ਜੀਵਨ ਤੇ ਅੰਤ ਨਾਲ ਸੰਬੰਧਿਤ ਹਮਦਰਦੀ ਵਾਲੀਆਂ ਮੁਲਾਕਾਤਾਂ ਕਰਨ ਆਏ ਲੋਕਾਂ ਨੂੰ ਟੈਸਟ ਦੀ ਲੋੜ ਨਹੀਂ ਹੈ। ਸਾਰੇ ਵਿਜ਼ਟਰਾਂ ਨੂੰ ਵਧੇਰੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਵੀ ਲੋੜ ਹੈ, ਜਿਸ ਵਿੱਚ ਬਿਮਾਰੀ ਦੇ ਲੱਛਣਾਂ ਲਈ ਪੜਤਾਲ ਕਰਨਾ ਤੇ ਹੱਥਾਂ ਦੀ ਸਫਾਈ ਕਰਨਾ ਸ਼ਾਮਿਲ ਹੈ। ਇਨਫੋਰਸਮੈਂਟ ਲਾਗੂ ਕਰਨ ਪਬਲਿਕ ਹੈਲਥ ਐਕਟ ਦੇ ਅਧੀਨ ਜਨਤਕ ਸਿਹਤ ਐਮਰਜੈਂਸੀ ਦੌਰਾਨ PHO ਲੋੜ ਅਨੁਸਾਰ ਆਦੇਸ਼ ਦੇ ਸਕਦਾ ਹੈ। ਤੁਹਾਨੂੰ ਇਹਨਾਂ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕੁਝ ਆਰਡਰ ਪੁਲਿਸ ਜਾਂ ਹੋਰ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਲਾਗੂ ਕੀਤੇ ਜਾ ਸਕਦੇ ਨੇ। ਇਹਨਾਂ ਆਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਨੂੰ ਜੁਰਮਾਨਾ ਵੀ ਹੋ ਸਕਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿੱਥੇ ਫਿਲਹਾਲ ਰੁਕਦੇ ਹਾਂ ਤੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਡਾਕਟਰ ਜਿਹੜੇ ਕਿ ਸਾਡੀ ਸਾਰਿਆਂ ਦੀ ਸਿਹਤ ਲਈ ਅਹਿਮ ਰੋਲ ਨਿਭਾ ਰਹੇ ਨੇ। ਪੈਂਡੈਮਿਕ ਤੋਂ ਪਹਿਲਾਂ ਹੀ ਇੱਕ ਸਰਵੇ ਜਿਹੜਾ ਉਹ ਕੀਤਾ ਗਿਆ, ਜਿਸ ਦੀ ਰਿਪੋਰਟ ਮੁਤਾਬਕ ਪੈਂਡੈਮਿਕ ਤੋਂ ਪਹਿਲਾਂ ਹੀ ਬਹੁਤ ਸਾਰੇ ਅਜਿਹੇ ਡਾਕਟਰ ਸੀ, ਯਾਨੀ ਕਿ ਬਹੁਤ ਸਾਰੇ ਅਜਿਹੇ ਡਾਕਟਰਾਂ ਦੀ ਗਿਣਤੀ ਸੀ ਜਿਹੜੇ ਕਿ ਬਰਨ ਆਊਟ ਹੋਏ। ਡਾਕਟਰਾਂ ਨੂੰ ਇੱਕ ਅਲੱਗ ਕਿਸਮ ਦੇ ਡਿਪਰੈਸ਼ਨ ਨੇ, ਸਟ੍ਰੈਸ ਨੇ ਘੇਰਿਆ। ਲੋਕਾਂ ਦੀ ਸੇਵਾ ਦੇ ਕਰ ਰਹੇ ਲੋਕ, ਉਹਨਾਂ ਦੇ ਉੱਤੇ, ਡਾਕਟਰਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਵਰਕਲੋਡ ਪਿਆ ਕਿ ਕਈ ਡਾਕਟਰ ਇਸ ਨਾਲ ਬਰਨ ਆਊਟ ਹੋਏ। 53% ਡਾਕਟਰ ਇਹ ਜਿਹੇ ਮੰਨੇ ਜਾ ਰਹੇ ਨੇ ਜਿਹੜੇ ਕਿ ਜਿਨ੍ਹਾਂ ਦੇ ਰੇਟ ਦੇ ਵਿੱਚ ਬਰਨ ਆਊਟ ਜਿਹੜੀ ਪ੍ਰਕਿਰਿਆ ਉਹ ਵੱਧ ਤੋਂ ਵੱਧ ਦੇਖੀ ਗਈ ਹੈ। ਇਹ ਕਾਫੀ ਚਿੰਤਾ ਵਾਲੀ ਗੱਲ ਹੈ, ਕਿਉਂਕਿ ਡਾਕਟਰਾਂ ਦੀ ਕਮੀ ਇੱਥੇ ਪਹਿਲਾਂ ਹੀ ਦੇਖੀ ਜਾ ਰਹੀ ਹੈ ਤੇ ਕੈਨੇਡਾ ਦੇ ਵਿੱਚ ਡਾਕਟਰ ਬਰਨ ਆਊਟ ਦੇ ਉੱਤੇ ਇਸ ਤਰੀਕੇ ਦਾ ਸਰਵੇ ਹੋਣਾ ਆਪਣੇ ਆਪ ਦੇ ਵਿੱਚ ਵੀ ਬੜੀ ਵੱਡੀ ਚਿੰਤਾ ਨੂੰ ਪ੍ਰਗਟਾ ਰਿਹਾ ਹੈ। ਕਈ ਡਾਕਟਰ ਅਜਿਹੇ ਨੇ ਜਿਹੜੇ ਆਪਣੇ ਵਰਕਲੋਡ ਨੂੰ ਘਟਾਉਣ ਬਾਰੇ ਸੋਚ ਰਹੇ ਨੇ ਤੇ ਜਿਹੜੇ ਇਹ ਸੋਚ ਰਹੇ ਨੇ ਕਿ ਉਹ ਕੁਝ ਸਮੇਂ ਲਈ ਸ਼ਾਇਦ ਕਲੀਨਿਕ ਵੀ ਬੰਦ ਕਰ ਸਕਦੇ ਨੇ। ਕੈਨੇਡਾ ਵਿੱਚ ਡਾਕਟਰਾਂ ਦੇ ਇੱਕ ਸ਼ੁਰੂਆਤੀ ਅੰਕੜਿਆਂ ਨੇ ਕੈਨੇਡੀਅਨਾਂ ਦੀ ਦੇਖਭਾਲ ਕਰਨ ਵਾਲੇ ਲੋਕਾਂ ਦੀ ਸਿਹਤ ਬਾਰੇ ਇੱਕ ਚਿੰਤਾਜਨਕ ਰੁਝਾਨ ਦਾ ਖੁਲਾਸਾ ਕੀਤਾ ਹੈ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੁਆਰਾ ਨਵੰਬਰ 2021 ਵਿੱਚ ਕੀਤੇ ਗਏ 4000 ਡਾਕਟਰਾਂ ਤੇ ਮੈਡੀਕਲ ਸਿੱਖਿਆਰਥੀ, ਜਿਨ੍ਹਾਂ ਨੂੰ ਨਿਵਾਸੀਆਂ ਵਜੋਂ ਵੀ ਜਾਣਿਆ ਜਾਂਦਾ ਹੈ, ਦਾ ਇੱਕ ਸਰਵੇਖਣ ਦਿਖਾਇਆ ਗਿਆ ਕਿ 4 ਸਾਲ ਪਹਿਲਾਂ ਸਿਰਫ 30% ਦੇ ਮੁਕਾਬਲੇ 53% ਨੇ ਬਰਨ ਆਊਟ ਦੇ ਉੱਚ ਪੱਧਰ ਦਾ ਅਨੁਭਵ ਕੀਤਾ ਹੈ ਤੇ ਲਗਭਗ ਅੱਧੇ ਜਾਂ 46% ਡਾਕਟਰ ਅਗਲੇ 2 ਸਾਲਾਂ ਵਿੱਚ ਕਲੀਨਿਕਾਂ ਵਿੱਚ ਆਪਣਾ ਕੰਮ ਘਟਾਉਣ ਬਾਰੇ ਵਿਚਾਰ ਕਰ ਰਹੇ ਨੇ। CMA ਪ੍ਰਧਾਨ ਡਾਕਟਰ ਐਲਿਕਾ ਲਾਫੋਂਟੇਨ ਜਿਹੜੇ ਕਿ ਐਨਸਥੀਸੀਓਲੋਜਿਸਟ ਨੇ, ਉਹਨਾਂ ਕਿਹਾ ਹੈ ਕਿ ਹਾਲ ਹੀ ਦੇ ਵਿੱਚ ਸਰਵੇਖਣ ਦੇ ਨਤੀਜਿਆਂ ਨੇ ਦਿਖਾਇਆ ਹੈ ਕਿ ਪੇਸ਼ੇ ਵਿੱਚ ਬਰਨਆਊਟ ਇੱਕ ਪਹਿਲਾਂ ਤੋਂ ਮੌਜੂਦ ਸਮੱਸਿਆ ਹੈ ਜੋ ਮਹਾਮਾਰੀ ਦੁਆਰਾ ਹੋਰ ਜ਼ਿਆਦਾ ਵੱਧ ਗਈ ਅਤੇ ਹੋਰ ਪੇਸ਼ਿਆਂ ਦੀ ਤਰ੍ਹਾਂ ਉਹਨਾਂ ਕਿਹਾ ਕਿ ਕੰਮ ਵਾਲੀ ਥਾਵਾਂ ਡਾਕਟਰਾਂ ਦੀ ਬਰਬਾਦੀ ਲਈ ਇੱਕ ਵੱਡਾ ਯੋਗਦਾਨ ਪਾਉਂਦੀਆਂ ਨੇ। ਉਹਨਾਂ ਕਿਹਾ ਇੱਕ ਡਾਕਟਰ ਹੋਣ ਦੇ ਨਾਤੇ ਸਪਸ਼ਟ ਤੌਰ ਤੇ ਗੰਭੀਰ ਸਥਿਤੀਆਂ ਹੁੰਦੀਆਂ ਨੇ ਜੋ ਨਿਯਮਤ ਆਧਾਰ ਤੇ ਹੁੰਦੀਆਂ ਨੇ, ਜੋ ਤੁਹਾਨੂੰ ਸਰੀਰਕ, ਮਾਨਸਿਕ ਤੇ ਭਾਵਨਾਤਮਕ ਤੌਰ ਤੇ ਮੰਗ ਵੀ ਕਰਦੀਆਂ ਨੇ। ਇਹ ਦਰਅਸਲ ਇੱਕ ਟੋਲ ਲੈਂਦਾ ਹੈ। ਉਹਨਾਂ ਕਿਹਾ ਮੈਨੂੰ ਲੱਗਦਾ ਹੈ ਕਿ ਦਵਾਈ ਦਾ ਸੱਭਿਆਚਾਰ ਬਦਲ ਰਿਹਾ ਹੈ, ਜਿੱਥੇ ਲੋਕ ਉੱਚੀ ਆਵਾਜ਼ ਵਿੱਚ ਇਹ ਕਹਿ ਰਹੇ ਨੇ ਕਿ ਇਹ ਬਰਨ ਆਊਟ ਕਿਉਂ ਹੋ ਰਿਹਾ ਹੈ। ਲੈਫੋਂਟੇਨ ਨੇ ਕਿਹਾ ਹੈ ਕਿ ਚੱਲ ਰਹੀ ਮਹਾਮਾਰੀ ਦੇ ਕਾਰਨ ਮਰੀਜ਼ਾਂ ਨੇ ਡਾਕਟਰੀ ਸਹਾਇਤਾ ਲੈਣ ਦੇ ਵਿੱਚ ਦੇਰੀ ਕੀਤੀ।
ਹੁਣ ਉਹ ਬੁਰੇ ਹਾਲਾਤਾਂ 'ਚ ਡਾਕਟਰਾਂ ਕੋਲ ਆ ਰਹੇ ਨੇ, ਜਿਸ ਨਾਲ ਡਾਕਟਰਾਂ ਦੀ ਤੰਦਰੁਸਤੀ ਤੇ ਵੀ ਅਸਰ ਪੈ ਰਿਹਾ ਹੈ। ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ 59% ਡਾਕਟਰਾਂ ਨੇ ਕਿਹਾ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਉਹਨਾਂ ਦੀ ਮਾਨਸਿਕ ਸਿਹਤ ਵਿਗੜ ਗਈ ਹੈ। ਆਨਲਾਈਨ ਸਰਵੇਖਣ ਵਿੱਚ 57% ਉੱਤਰਦਾਤਾਵਾਂ ਦੁਆਰਾ ਵਧੇ ਹੋਏ ਕੰਮ ਜੀਵਨ ਦੇ ਬੋਝ ਤੇ ਮਾੜੇ ਕੰਮ ਜੀਵਨ ਦੇ ਏਕੀਕਰਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਸੀ ਤੇ ਤੇਜ਼ੀ ਨਾਲ ਬਦਲ ਰਹੀਆਂ ਨੀਤੀਆਂ ਤੇ ਪ੍ਰਤੀਕਿਰਿਆਵਾਂ ਨੇ ਉਹਨਾਂ ਦੀ ਵਿਗੜਦੀ ਮਾਨਸਿਕ ਸਿਹਤ 'ਚ ਯੋਗਦਾਨ ਪਾਇਆ। 47% ਉੱਤਰਦਾਤਾਵਾਂ ਵਿੱਚ ਸਮਾਜਿਕ ਤੰਦਰੁਸਤੀ ਦੇ ਹੇਠਲੇ ਪੱਧਰ ਦੀ ਰਿਪੋਰਟ ਕੀਤੀ ਗਈ, ਜੋ ਕਿ 2017 ਵਿੱਚ 29% ਵੱਧ ਸੀ। ਲਾਫੰਟਨ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਸਿਹਤ ਪ੍ਰਣਾਲੀਆਂ ਲਈ ਇਹ ਪਛਾਣ ਕਰਨ ਦਾ ਵਧੀਆ ਮੌਕਾ ਹੈ ਕਿ ਇਸ ਸਮੇਂ ਅਸੀਂ ਇਸ ਅੰਤਰੀਮ ਸਮੇਂ ਵਿੱਚ ਫਸੇ ਹੋਏ ਹਾਂ, ਜਿੱਥੇ ਤੁਹਾਡੇ ਕੋਲ ਇੱਕ ਉੱਚ ਪੱਧਰੀ ਡਾਕਟਰਾਂ ਦੀ ਸਪਲਾਈ ਹੈ। ਜੋ ਕੁਝ ਵੀ ਤੁਸੀਂ ਕਰਦੇ ਹੋ ਉਸ ਦਾ ਅਸਰ ਕਈ ਸਾਲਾਂ ਤੇ ਪਵੇਗਾ। ਉਹਨਾਂ ਸੂਬਾਂ ਤੇ ਖੇਤਰੀ ਸਰਕਾਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜਿੰਨਾ ਕੁ ਸਿਹਤ ਸੰਭਾਲ ਤੇ ਅਧਿਕਾਰ ਖੇਤਰ ਵਿੱਚ ਹੈ, ਇੱਕ ਰਾਸ਼ਟਰੀ ਸਿਹਤ ਮਨੁੱਖੀ ਸਰੋਤ ਯੋਜਨਾ ਬਣਾਉਣ, ਸਿਹਤ ਸੰਭਾਲ ਪ੍ਰਣਾਲੀ ਤੱਕ ਪਹੁੰਚ ਕਰਨ ਦੇ ਵਿੱਚ ਅਸਾਧਾਰਨ ਤੇ ਸਧਾਰਨ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ, ਜੋ ਕਿ ਪੂਰਵ ਮਹਾਮਾਰੀ ਦੌਰਾਨ ਮੌਜੂਦ ਸੀ। ਉਹਨਾਂ ਕਿਹਾ ਕਿ ਸਾਡੇ ਕੋਲ ਸਿਹਤ ਸੰਭਾਲ ਪ੍ਰਣਾਲੀ ਦੇ ਅੰਦਰ ਇਹ ਵੱਧਦੀ ਮੰਗ ਹੈ ਕਿ ਉਹਨਾਂ ਕਾਰਨਾਂ ਕਰਕੇ ਜਿਨ੍ਹਾਂ ਦੀ ਅਸੀਂ ਕਈ ਸਾਲ ਪਹਿਲਾਂ ਭਵਿੱਖਬਾਣੀ ਕੀਤੀ ਸੀ, ਇਹ ਤੱਥ ਕਿ ਸਾਡਾ ਸਮਾਜ ਬੁੱਢਾ ਹੋ ਰਿਹਾ ਹੈ, ਸਾਡੇ ਕੋਲ ਨਰਸਾਂ ਤੇ ਡਾਕਟਰਾਂ ਦੀ ਗਿਣਤੀ ਦਾ ਆਕਾਰ ਸੁੰਗੜ ਰਿਹਾ ਹੈ। ਇਸ ਸਮੇਂ ਦੀ ਸਿਹਤ ਸੰਭਾਲ ਯੋਜਨਾ ਜੋ ਹੁਣ ਇਸ ਵਧਦੀ ਮੰਗ ਨੂੰ ਪੂਰਾ ਕਰ ਰਹੀ ਹੈ, ਜਿੱਥੇ ਮਹਾਮਾਰੀ ਦੇ ਅੱਧ ਵਿਚਾਲੇ ਸਾਡੇ ਕੋਲ ਸਰਜਰੀਆਂ ਤੇ ਦੇਖਭਾਲ ਲਈ ਹੋਰ ਕਿਸਮਾਂ ਦੀ ਪਹੁੰਚ ਨੂੰ ਰੋਕ ਲੱਗ ਰਹੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਦੀ ਮੰਗ ਨੂੰ ਪੂਰਾ ਕਰਨ ਦੇ ਯੋਗ ਹੋਵਾਂਗੇ ਤੇ ਇਹ ਉਦੋਂ ਤੱਕ ਵੱਧਦਾ ਰਹੇਗਾ ਜਦੋਂ ਤੱਕ ਅਸੀਂ ਦੇਸ਼ ਭਰ ਦੇ ਡਾਕਟਰਾਂ ਤੇ ਹੋਰ ਪ੍ਰੋਵਾਈਡਰਾਂ ਦੇ ਵਿੱਚ ਮੌਜੂਦ ਬਰਨਆਊਟ ਨੂੰ ਹੱਲ ਨਹੀਂ ਕਰਦੇ। 2017 ਦੇ ਸਰਵੇਖਣ ਦੇ ਵਿੱਚ ਮਾਨਸਿਕ ਸਿਹਤ ਨੂੰ ਮਾਪਣ ਲਈ 14 ਆਈਟਮਾਂ ਦੀ ਵਰਤੋਂ ਕਰਕੇ ਮਾਨਸਿਕ ਸਿਹਤ ਨਿਰੰਤਰਤਾ ਦੇ ਛੋਟੇ ਫਾਰਮ ਦੀ ਵਰਤੋਂ ਕੀਤੀ ਗਈ, ਜੋ ਸਮਾਜਿਕ, ਭਾਵਨਾਤਮਕ ਤੇ ਮਨੋਵਿਗਿਆਨਿਕ ਤੰਦਰੁਸਤੀ ਨਾਲ ਮੇਲ ਖਾਂਦੀਆਂ ਨੇ। ਸਰਵੇਖਣ ਦੇ ਨਤੀਜਿਆਂ ਤੇ ਇੱਕ ਪੂਰੀ ਰਿਪੋਰਟ ਇਸ ਸਾਲ ਦੇ ਅੰਤ ਤੱਕ ਆਉਣ ਦੀ ਉਮੀਦ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿੱਥੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਬੀਰ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਅੱਜ ਅਸੀਂ ਮਿਲਵੁੱਡ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਤੇ ਪਹੁੰਚੇ ਹਾਂ, ਜਿੱਥੇ ਅੱਜ 39ਵਾਂ ਇਸ ਸੁਸਾਇਟੀ ਦਾ ਜਿਹੜਾ ਫਾਊਂਡਿੰਗ ਡੇ ਮਨਾਇਆ ਗਿਆ ਔਰ ਇਹ 23 ਮਾਰਚ ਵਾਲੇ ਦਿਨ ਪਾਰਟਿਕੂਲਰਲੀ ਰੱਖਿਆ ਗਿਆ ਸੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਸ਼ਹੀਦੀ ਦਿਨ ਦੇ ਉੱਤੇ ਹੀ। ਤੇ ਇਸ ਵੇਲੇ ਮੇਰੇ ਨਾਲ ਹਾਜ਼ਰ ਨੇ ਜਸਬੀਰ ਸਿੰਘ ਦਿਓਲ, ਜਿਹੜੇ ਸਾਡੇ MLA ਨੇ ਇੱਥੋਂ ਐਡਮਿੰਟਨ ਤੋਂ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜਸਬੀਰ ਸਿੰਘ ਜੀ, ਤੁਸੀਂ ਅੱਜ ਵਾਲੇ ਇਸ ਫੰਕਸ਼ਨ ਤੇ ਆਏ ਹੋ, ਕੀ ਆਖੋਗੇ? ਦੇਖੋ ਜੀ, ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਤੇ ਬੜਾ ਹੀ ਹੰਬਲ ਫੀਲ ਕਰ ਰਿਹਾ ਕਿ ਇੱਥੇ ਜਿਨ੍ਹਾਂ ਬਜ਼ੁਰਗਾਂ ਦੇ ਨਾਲ ਮੈਂ ਪਿਛਲੇ 30 ਸਾਲ ਦੇ ਤੋਂ ਬਹਿੰਦਾ ਰਿਹਾ, ਉਹਨਾਂ ਤੋਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਗੱਲਾਂ ਸੁਣਦਾ ਰਿਹਾ ਕਿ ਉਹਨਾਂ ਦਾ ਜਿਹੜਾ ਵਿਜ਼ਨ ਹੈ ਅੱਜ ਉਹ ਸਾਡੇ ਵਿੱਚ ਨਹੀਂ ਹੈਗੇ। ਬਹੁਤ ਸਾਰੇ ਜਿਹੜੇ ਮੋਢੀ ਸੀ, ਸੰਸਥਾਪਕ ਸੀ ਇਸ ਸੰਸਥਾ ਦੇ, ਉਹ ਸਾਡੇ ਵਿਚਕਾਰ ਨਹੀਂ, ਪਰ ਅੱਜ ਵੀ ਜਿਹੜੇ ਉਹਨਾਂ ਦਾ ਲਾਇਆ ਹੋਇਆ ਬੂਟਾ, ਉਹਨਾਂ ਦੀ ਖੜੀ ਕੀਤੀ ਹੋਈ ਸੰਸਥਾ ਅੱਜ ਵੀ ਕਿਸ ਢੰਗ ਦੇ ਨਾਲ ਸਾਡੀ ਸੁਸਾਇਟੀ ਜਿਹੜੀ ਆ ਉਹਨੂੰ ਸਰਵ ਕਰ ਰਹੀ ਆ। ਸਾਡੇ ਬਜ਼ੁਰਗਾਂ ਦਾ ਜਿਹੜਾ ਸਤਿਕਾਰ ਹੈ ਲਗਾਤਾਰ ਉਹਨੂੰ ਬਣਾਉਣ ਦੇ ਵਿੱਚ ਤੇ ਬਜ਼ੁਰਗਾਂ ਦੀ ਸਿਹਤ ਜਿਹੜੀ ਸੰਭਾਲ ਹੈ, ਜਿਹੜੀ ਉਹਨਾਂ ਦੀ ਜ਼ਿੰਦਗੀ ਆ, ਉਹਨਾਂ ਨੂੰ ਖੁਸ਼ਗਵਾਰ ਬਣਾਉਣ ਲਈ ਤੇ ਨਾਲ ਮੈਂ ਹੋਰ ਸਮਝਦਾ ਸਮਾਜ ਦੇ ਵਿੱਚ ਹੋਰ ਬਹੁਤ ਜਿਹੜੇ ਬਹੁਤ ਪੱਖੀ ਰੋਲ ਇਹਦੇ ਆ, ਜੇ ਗੱਲ ਕਰਨ ਲੱਗੀਏ ਤਾਂ ਉਹ ਲੰਬਾ ਸਮਾਂ ਲੱਗੂਗਾ, ਉਹ ਨਿਭਾ ਰਹੀ ਆ। ਤੇ ਮੈਨੂੰ ਵੀ ਮਾਣ ਮਹਿਸੂਸ ਹੋਇਆ ਕਿ ਮੈਨੂੰ ਇੱਥੇ ਇਹਨਾਂ ਨੇ ਆ ਕੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਤੇ ਬਹੁਤ ਹੀ ਖੁਸ਼ੀ ਆ। ਇਹਨਾਂ ਦਾ ਜਿਹੜਾ 29ਵਾਂ ਸਥਾਪਨਾ ਦਿਵਸ ਮਨਾਇਆ ਗਿਆ, 39ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਤੇ ਉਹਦੇ ਨਾਲ ਹੀ ਜਿਹੜਾ ਇਹ ਬਹੁਤ ਹੀ ਮਹੱਤਵਪੂਰਨ ਗੱਲ ਹੈ ਕਿ ਇਹ 23 ਮਾਰਚ ਦੇ ਨਾਲ ਜੁੜਿਆ ਹੋਇਆ। ਸਾਡੇ ਬਜ਼ੁਰਗਾਂ ਨੇ ਜਿਹੜੀ ਇਹਦੀ ਨੀਂਹ ਆ, ਇਹ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਦੇ ਨਾਲ ਮੌਕਾ ਨਹੀਂ ਮਿਲਿਆ ਕਦੇ ਬਜ਼ੁਰਗਾਂ ਤੋਂ ਇਹੋ ਕੌਸ਼ੀਅਸਲੀ ਜਾਣਨ ਦਾ ਕਿ ਉਹਨਾਂ ਨੇ ਕੌਸ਼ੀਅਸਲੀ ਰੱਖੀ ਸੀ, ਪਰ ਇਹ ਕੋਇਨਸੀਡੈਂਟ ਆ ਕਿ ਕੌਸ਼ੀਅਸਲੀ ਰੱਖੀ ਸੀ। ਪਰ ਮੈਂ ਸਮਝਦਾ ਕਿ ਇਹ ਪੂਰੀ ਤਰ੍ਹਾਂ ਜਿਹੜਾ ਦਿਨ ਆ ਇਹ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਨਾਲ ਜੁੜ ਗਿਆ ਤੇ ਉਹਦੀ ਸਿਹਤ ਦੇ ਵਿੱਚ ਹੀ ਇਹ ਬਹੁਤ ਪੱਖੀ ਰੋਲ ਜਿਹੜਾ ਇੱਥੇ ਸਾਡੀ ਸੁਸਾਇਟੀ 'ਚ ਨਿਭਾ ਰਿਹਾ। ਬਹੁਤ ਬਹੁਤ ਧੰਨਵਾਦ। ਲਓ, ਮੇਰੇ ਨਾਲ ਇਸ ਵੇਲੇ ਹਰਨੇਕ ਸਿੰਘ ਮਠਾਰੂ ਹੋਰੀ ਹਾਜ਼ਰ ਨੇ। ਇਹ ਨਾਰਥ ਸਾਈਡ ਤੇ ਜਿਹੜੀ ਸਾਡੀ ਸੀਨੀਅਰ ਸੁਸਾਇਟੀ ਆ ਉਹਦੇ ਪ੍ਰਧਾਨ ਵੀ ਨੇ। ਇਹਨਾਂ ਨੇ ਚੰਗਾ ਉੱਥੇ ਵੀ ਕੰਮ ਕਰ ਕੀਤਾ। ਮਠਾਰੂ ਸਾਹਿਬ, ਇਹ ਅੱਜ ਜਿਹੜਾ ਦਿਨ ਇੱਥੇ 39ਵਾਂ ਇਹਨਾਂ ਨੇ ਫਾਊਂਡਿੰਗ ਡੇ ਮਨਾਇਆ ਸੁਸਾਇਟੀ ਨੇ, ਸਾਊਥ ਸਾਈਡ ਵਾਲੀ ਨੇ, ਇਹਦੇ ਵੱਲ ਵੇਖ ਕੇ ਤੁਹਾਨੂੰ ਕਿਵੇਂ ਲੱਗਦਾ ਹੈ ਵੀ ਇਹ ਸੁਸਾਇਟੀ ਆਪਣੇ ਜਿਹੜੇ ਭਾਈਚਾਰੇ ਦੇ ਲੋਕ ਨੇ ਉਹਨਾਂ ਦਾ ਕਿਵੇਂ ਪਰਪਸ ਇੱਧਰ ਸਰਵ ਕਰ ਰਹੀ ਹੈ ਤੇ ਉੱਧਰ ਨਾਰਥ ਸਾਈਡ ਵਾਲੀ ਕਿਵੇਂ ਕਰੇਗੀ? ਬਿਲਕੁਲ ਦੇਖੋ, ਇਸ ਤਰ੍ਹਾਂ ਦੀ ਸੁਸਾਇਟੀ ਜਿੱਥੇ ਆਪਣਾ ਭਾਈਚਾਰਾ, ਬਜ਼ੁਰਗ, ਆਪਣੇ ਆਦਮੀ ਭੈਣਾਂ
ਤਾਂ ਇਹ ਸਾਰੇ ਇਕੱਠੇ ਹੋ ਕੇ ਆਪਣੀ ਭਾਸ਼ਾ ਵਿੱਚ, ਆਪਣੇ ਕਲਚਰ ਵਿੱਚ, ਆਪਣੇ ਰਸਮ ਰਿਵਾਜ ਵਿੱਚ ਉਸ ਤਰ੍ਹਾਂ ਗੱਲਬਾਤ ਕਰਕੇ ਇੱਕ ਦੂਜੇ ਨਾਲ ਮਿਲ ਸਕਣ। ਇਹਦਾ ਬਹੁਤ ਫਰਕ ਪੈਂਦਾ ਹੈਗਾ ਮੈਂਟਲੀ, ਮਾਨਸਿਕ ਤੌਰ ਦੇ ਉੱਤੇ ਬਹੁਤ ਫਰਕ ਪੈਂਦਾ। ਨਹੀਂ ਤਾਂ ਕੀ ਹੁੰਦਾ ਹੈਗਾ, ਆਪਣੇ ਪਰਿਵਾਰਾਂ ਦੇ ਵਿੱਚ ਬੱਚੇ ਕੰਮ ਤੇ ਚਲੇ ਗਏ, ਬਜ਼ੁਰਗ ਘਰੇ ਇਕੱਲੇ ਰਹਿ ਗਏ, ਉਹਨਾਂ ਨੂੰ ਕਿਤੇ ਜਾਣ ਨੂੰ ਨਹੀਂ, ਆਉਣ ਨੂੰ ਨਹੀਂ, ਭਾਸ਼ਾ ਉਹਨਾਂ ਨੂੰ ਸਮਝਣ ਨਹੀਂ ਆਉਂਦੀ ਹੁੰਦੀ ਅੰਗਰੇਜ਼ੀ ਦੀ, ਤਾਂ ਇਸ ਕਰਕੇ ਉਹਨਾਂ ਵਾਸਤੇ ਦਿੱਕਤਾਂ ਬੜੀਆਂ ਹੁੰਦੀਆਂ ਸੀ। ਤਾਂ ਹੁਣ ਇੱਦਾਂ ਦੀ ਸੁਸਾਇਟੀ, ਜਿਸ ਤਰ੍ਹਾਂ ਇਹ 39ਵਾਂ ਸਾਲ ਹੈਗਾ ਇਸ ਸੁਸਾਇਟੀ ਨੂੰ ਸ਼ੁਰੂ ਹੋਏ, ਬਹੁਤ ਵੱਡੀ ਕਾਮਯਾਬੀ ਹੈਗੀ, ਬਹੁਤ ਵੱਡਾ ਦੇਣ ਹੈਗਾ ਇਸ ਸੁਸਾਇਟੀ ਦਾ ਆਪਣੇ ਭਾਈਚਾਰੇ ਨੂੰ। ਅਤੇ ਮੇਰੇ ਖਿਆਲ ਵਿੱਚ ਇਹ ਇਸੇ ਤਰ੍ਹਾਂ ਚੱਲੀ ਜਾਣਗੇ ਅੱਗੇ, ਅਤੇ ਚੱਲਣਾ ਚਾਹੀਦਾ ਹੈਗਾ। ਬਾਕੀ ਨੌਰਥ ਸਾਈਡ ਵਾਲੀ ਵੀ ਇਵੇਂ, ਨੌਰਥ ਸਾਈਡ ਵਾਲੀ ਇੱਦਾਂ, ਨੌਰਥ ਸਾਈਡ ਵਾਲੀ ਨੂੰ ਵੀ 10 ਸਾਲ ਤੋਂ ਉੱਤੇ ਖੁੱਲ੍ਹੀ ਨੂੰ ਹੋ ਗਏ, ਤਾਂ ਥੋੜ੍ਹੀ ਜਿਹੀ ਫਾਈਨੈਂਸ਼ੀਅਲ ਡਿਫੀਕਲਟੀ ਜ਼ਰੂਰ ਆਉਂਦੀਆਂ ਸੀ, ਪਰ ਸਾਡਾ ਹੁਣ ਗੌਰਮੈਂਟ ਦੀ ਕਸੀਨੋ ਫੰਡਿੰਗ ਅਪਰੂਵ ਹੋ ਚੁੱਕੀ ਉਹਦੀ। ਹੁਣ ਸਾਡੇ ਅੱਗੇ ਤੇ ਉਹਦੀ ਫੰਡਿੰਗ ਦੇ ਇਸ਼ੂ ਜਿਹੜੇ ਹੈਗੇ, ਖਰਚੇ ਦੇ ਇਸ਼ੂ ਹੈਗੇ, ਉਹ ਵੀ ਸੋਲਵ ਹੋ ਜਾਣ ਸਾਰੇ। ਉੱਧਰ ਵੀ ਇਸੇ ਤਰ੍ਹਾਂ ਮੈਂਬਰਸ਼ਿਪ, ਇਸੇ ਤਰ੍ਹਾਂ ਭਾਈਚਾਰਾ ਆਉਂਦਾ ਹੈਗਾ, ਸਾਰੇ ਇਕੱਠੇ ਹੋ ਕੇ ਮਿਲਦੇ, ਬੈਠਦੇ, ਗੱਲਬਾਤ ਕਰਦੇ ਹੈਗੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਲੋ, ਇਸ ਵੇਲੇ ਮੇਰੇ ਨਾਲ ਖਰੋਤ ਸਾਹਿਬ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਜਿਹੜੀ ਸੁਸਾਇਟੀ, ਕਿਉਂਕਿ ਇਹ ਇੱਥੇ ਬਹੁਤ ਸਾਰੀਆਂ ਹੋਰ ਸੁਸਾਇਟੀਆਂ ਦੇ ਵਿੱਚ ਵੀ ਕੰਮ ਕਰਦੇ ਨੇ, ਇਸ ਸੁਸਾਇਟੀ ਦਾ ਰੋਲ ਆਪਣੇ ਭਾਈਚਾਰੇ ਲਈ ਤੁਸੀਂ ਕਿਵੇਂ ਵੇਖਦੇ ਹੋ? ਇਹ ਸੁਸਾਇਟੀ ਜੀ ਇੱਕ ਆਪਣੇ ਭਾਈਚਾਰੇ ਦਾ ਜੀਵਨ ਦਾਨ ਹੈ। ਇਸ ਕਰੋਨੇ ਦੇ ਵਿੱਚ ਹਾਲਾਂਕਿ ਬਹੁਤ ਸਾਰੇ ਲੋਕ ਘਰੇ ਬੈਠੇ ਡਿਪਰੈਸ਼ਨ 'ਚ ਆ ਗਏ ਸੀਗੇ, ਉਹਨਾਂ ਨੂੰ ਸਟ੍ਰੈਸ ਹੋ ਗਿਆ ਸੀਗਾ, ਲੇਕਿਨ ਜਦੋਂ ਲੋਕ ਇੱਥੇ ਸੁਸਾਇਟੀ 'ਚ ਆ ਜਾਂਦੇ ਨੇ, ਉਹਨਾਂ ਦੀ ਸਾਰੀ ਚਿੰਤਾ ਦੂਰ ਹੋ ਜਾਂਦੀ ਹੈ। ਤਾਂ ਇਸ ਕਰਕੇ ਜੇ ਦਿਨ 'ਚ ਇੱਕ ਵਾਰ ਚੱਕਰ ਇੱਥੇ ਮਾਰ ਲੈਣ ਤਾਂ ਉਹਨਾਂ ਨੂੰ ਘਰੇ ਕੋਈ ਪ੍ਰੋਬਲਮ ਨਹੀਂ ਆਉਂਦੀ, ਉਹਨਾਂ ਦੀ ਜ਼ਿੰਦਗੀ ਨੋਰਮਲ ਹੋ ਜਾਂਦੀ ਹੈ। ਅਸਲ 'ਚ ਬੰਦੇ ਨੂੰ ਖਾਣ ਪੀਣ ਦੇ ਨਾਲੋਂ ਜ਼ਿਆਦਾ ਗੱਲਾਂ ਕਰਨ ਦੀ ਹੈਗੀ ਜ਼ਿਆਦਾ ਜ਼ਰੂਰਤ ਪੈਂਦੀ ਹੈਗੀ। ਖਾਣ ਪੀਣ ਤਾਂ ਘਰੇ ਹਰ ਇੱਕ ਨੂੰ ਮਿਲ ਜਾਂਦਾ ਹੈਗਾ, ਪਰ ਘਰੇ ਤੁਹਾਨੂੰ ਆਪਸ ਦੇ ਵਿੱਚ ਗੱਲਾਂ ਕਰਨ, ਕੋਈ ਹੱਸਣ ਖੇਡਣ ਵਾਲਾ ਬੰਦਾ ਨਹੀਂ ਮਿਲਦਾ। ਲੇਕਿਨ ਇੱਥੇ ਆ ਕੇ ਸੁਸਾਇਟੀ ਤੁਸੀਂ ਆਪਣੀ ਰੂਹ ਦੀ ਖੁਰਾਕ ਪੂਰੀ ਕਰਦੇ ਹੈ, ਜਿਹੜਾ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਹੈਗੀ। ਇਹ ਸੁਸਾਇਟੀ ਨੂੰ ਇੱਦਾਂ ਹੀ ਕੰਮ ਕਰਦੇ ਰਹਿਣਾ ਚਾਹੀਦਾ ਹੈਗਾ, ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈਗਾ ਜੀ। ਬਹੁਤ ਬਹੁਤ ਧੰਨਵਾਦ। ਥੋੜ੍ਹੀ ਗੱਲ ਸਾਹਿਬ ਬੂਟਾ ਸਿੰਘ ਹੋਰੀ ਕਰ ਗਏ ਨੇ। ਮੈਂ ਦਰਅਸਲ ਇਸੇ ਗੱਲ ਲਈ ਸੀ ਵੀ ਇਹ ਜਿਹੜੀ ਸੁਸਾਇਟੀ ਜਦੋਂ ਬਣੀ ਆ, ਉਸ ਵੇਲੇ ਦੇ ਹਾਲਾਤ ਕਿਸ ਤਰ੍ਹਾਂ ਦੇ ਸੀਗੇ, ਉਹਦੇ ਲਈ ਹੁਣ ਬੂਟਾ ਸਿੰਘ ਹੁਣਾਂ ਤੁਹਾਨੂੰ ਦੱਸ ਦਿੱਤੀ ਆ ਗੱਲ, ਪਰ ਮੈਂ ਇੱਕ ਬੇਨਤੀ ਕਰਨੀ ਆ ਸੁਸਾਇਟੀ ਦੇ ਜਿਹੜੇ ਇੱਥੇ ਹੈ ਨੇ ਕਾਰਕੁਨ ਸਾਰੇ, ਵੀ ਜਿਹੜੇ ਬਜ਼ੁਰਗਾਂ ਨੇ ਇਹ ਪਹਿਲਾਂ ਆਰੰਭੀ ਆ ਸੁਸਾਇਟੀ, ਉਹਨਾਂ ਦੀਆਂ ਤਸਵੀਰਾਂ ਦੇ ਨਾਲ ਉਹਦੇ ਥੱਲੇ ਕੁਝ ਲਿਖ ਕੇ ਵੀ ਉਹਨਾਂ ਦੀ ਕੀ ਕੰਟਰੀਬਿਊਸ਼ਨ ਸੀਗੀ, ਉਹ ਜ਼ਰੂਰ ਇੱਕ ਵਾਲ 'ਤੇ ਲਾਇਆ ਜਾਵੇ, ਕਿਉਂਕਿ ਹਰੇਕ ਨੂੰ ਦੱਸਣ ਦੀ ਲੋੜ ਨਾ ਪਵੇ ਵੀ ਇਹਨਾਂ ਬੰਦਿਆਂ ਨੇ ਆਹ ਕੰਮ ਕੀਤਾ ਸੀ। ਹਰੇਕ ਬੰਦਾ ਜਿਹੜਾ ਵੀ ਇੱਥੇ ਆਉਂਦਾ ਸੁਸਾਇਟੀ ਦੇ ਵਿੱਚ, ਐਟਲੀਸਟ ਉਹਨਾਂ ਨੂੰ ਇਹ ਪਤਾ ਲੱਗੇ ਵੀ ਇਹਨਾਂ ਬਜ਼ੁਰਗਾਂ ਨੇ ਆਹ ਜਿਹੜੀ ਜਗ੍ਹਾ ਆ ਇਹ ਇਸ ਤਰ੍ਹਾਂ ਬਣਾਈ ਸੀ। ਆਸ ਕਰਦਾ ਵੀ ਤੁਸੀਂ ਇਸ ਗੱਲ ਨੂੰ ਐਕਸੈਪਟ ਕਰੋਗੇ ਕਿ ਹਾਂ ਵੀ ਅਸੀਂ ਇਹ ਚੀਜ਼ ਜਿਹੜੀ ਆ, ਚਾਹੇ ਕਿਸੇ ਨੂੰ ਜੋਬ ਦੇ ਦਿਓ, ਕਸੀਨੋ ਦੇ ਪੈਸੇ ਆਉਂਦੇ ਜਾਂਦੇ, ਬੂਟਾ ਸਿੰਘ ਨੇ ਕਿਹਾ ਸਾਰਾ ਕਰਵਾਓ ਇਹ ਕੰਮ, ਇਹ ਕਰਨ ਵਾਲੇ ਆ। ਗਾਂ ਨੂੰ ਵੀ ਜਿਹੜੇ ਆ ਉਤਸ਼ਾਹਿਤ ਹੋ ਕੇ ਲੋਕ ਫਿਰ ਕੰਮ ਕਰਦੇ ਆ, ਵਰਨਾ ਨਹੀਂ ਫਿਰ ਹੌਲੀ ਹੌਲੀ ਬੰਦੇ ਦੇਖੋ ਜਿਨ੍ਹਾਂ ਨੇ ਮੁੱਢ ਬੰਨਿਆ, ਉਹ ਬਹੁਤ ਸਾਰੇ ਲੋਕ ਅੱਜ ਆਪਣੇ ਵਿੱਚ ਨਹੀਂ ਹੈ। ਜੇ ਤੁਸੀਂ ਨਾਂ ਦੱਸਣ ਲੱਗੋ ਤਾਂ ਉਹ ਵੀ ਬੜੀ ਲੰਬੀ ਲਿਸਟ, ਸਾਰਿਆਂ ਕੋਲ ਸੁਣਨ ਨੂੰ ਟਾਈਮ ਵੀ ਹੈ ਨਹੀਂ। ਸੋ ਇਹ ਕੰਮ ਤੁਸੀਂ ਮੇਰੀ ਬੇਨਤੀ ਜ਼ਰੂਰ ਜਿਹੜੀ ਆ ਉਹ ਕਬੂਲ ਕਰਿਓ। ਔਰ ਅੱਜ ਦੇ ਇਸ ਦਿਨ ਦੇ ਉੱਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। जलते भी गए कहते भी गए आज़ादी के परवाने, जीना तो उसी का जीना है, मरना जो वतन पे जाने। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ, ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।